तुम ही सज्जन सुहेले, राखो राखणहार दयाला। नानक घर के गोले, पूरा प्रभ आराध्या, पूरा जाका नाओ। नानक पूरा पाया, पूरे के गुण गाओ। डंडौत बंदन अनक बार, सर्ब कला समरथ। डोलन ते राखो प्रभु, नानक दे कर हथ। डोलन ते राखो प्रभु, नानक दे कर हथ। सतनाम वाहिगुरु साहिब जी। कबीर ऐसा एक आद, जो जीवत मृतक होए। निरपै होए कै गुण रवै, जत पेखा तत सोए। कबीर एक आद, जो जीवत मृतक होए। वाहिगुरु जी का खालसा, वाहिगुरु जी की फतेह। पतत पावन भगत वत्सल, करुणा निदान गरीब निवाज। निमाणियों के मान गुरु, निताणियों के ताण। धन धन सतगुरु श्री गुरु ग्रंथ साहिब जीओ महाराज। सतगुरां दे पावन चरनां विच जुड़ मिल बैठे गुरु रूप, सतगुरां दा खास रूप साध संगत जीओ। वडभागे हाँ सतगुरां दे संध्या वेले दे सुंदर दीवान सजे। सोदा रहराज साहिब जी के पाठ, आरती आरता दे कीर्तन, शब्द कीर्तन आप जी श्रवण कर रहे सो। लड़ीवार कथा विचार दा समा होया। भगत कबीर जी श्रोमणी भगत होए ਹਨ। उन्हां दी पावन बाणी श्लोक भगत कबीर जीओ के कल रोज़ तो प्रारंभ होए। कल पहले दिन आपां 4 श्लोकां दी विचार कीती। उस तो अगे विचार दी लड़ी आरंभ है। भगत कबीर साहब अज दे इस पहले श्लोक दे विच जीवन मुक्ति अवस्था का जिक्र करते हैं कि बहुत घट ने वो लोग जिहड़े इस जीवन काल दे विच मुक्ति नूं प्राप्त कर लेंदे ने। मुक्ति का जो सिद्धांत है जां जो संकल्प है, हिंदुस्तान दे विच जिन्ने भी धर्म होए ने अलग अलग रूपां दे विच वेखिया गया। जिस तरह सनातन मत दे विच मरण तो बाद दा जिहड़ा समा है, जे मनुख ने चंगे कर्म कीते है तो मुक्ति मिलेगी। बुद्ध धर्म इसलिए शब्द वरतदा है निर्वाण। पर जदों आपां गुरबाणी अनुसार देखण दा यतन करिए तो सच्चे पातशाह जी सानू जीवन मुक्त की गल करते ने। जदों धन गुरु तेग बहादुर सच्चे पातशाह जी की पावन बाणी पढ़ीए
ਤੇ ਮਹਾਰਾਜ ਜੀ ਕਹਿੰਦੇ ਜੋ ਨਰ ਦੁਖ ਮੈਂ ਹੈ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਜਿਹੜੀ ਇਹ ਅਵਸਥਾ ਹੈ, ਦੁੱਖ ਵਿੱਚ ਦੁੱਖ ਨਹੀਂ, ਸੁੱਖ ਵਿੱਚ ਕੋਈ ਬਹੁਤੀ ਖੁਸ਼ੀ ਨਹੀਂ, ਹਰਖ ਸੋਗ ਦੇ ਵਿੱਚ ਬਿਰਤੀ ਇੱਕ ਸਮਾਨ ਹੈ, ਉਹਨੂੰ ਜੀਵਨ ਮੁਕਤ ਕਿਹਾ ਗਿਆ। ਮਹਾਰਾਜ ਜੀ ਕਹਿੰਦੇ ਜਿਹੜੀ ਆਪਣੀ ਆਤਮਾ ਨੂੰ ਡੋਲਣ ਨਾ ਦੇਵੇ, ਇਕਾਗਰਤਾ ਦੇ ਨਾਲ ਭਾਵੇਂ ਖੁਸ਼ੀ ਦਾ ਪਲ ਹੋਵੇ ਤੇ ਭਾਵੇਂ ਗਮੀ ਦਾ ਸਮਾਂ ਹੋਵੇ, ਚਿੱਤ ਬਿਰਤੀ ਇਕਾਗਰ ਹੈ, ਜੀਵਨ ਮੁਕਤ ਸੋ ਕਹਾਵੇ, ਉਹ ਜੀਵਨ ਮੁਕਤ ਹੈ। ਸੋ ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਅੱਜ ਦੇ ਇਸ ਪਾਵਨ ਸ਼ਲੋਕ ਰਾਹੀਂ ਵਿਚਾਰ ਦੀ ਅੱਗੇ ਲੜੀ ਨੂੰ ਤੋਰਦਿਆਂ ਹੋਇਆਂ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਗੁਰੂ ਪਾਸੋਂ ਅਸੀਸ ਲਈਏ। ਸਤਿਗੁਰੂ ਜੀਓ ਆਪ ਬਖਸ਼ਿਸ਼ ਕਰੋ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਆਪ ਵਿਚਾਰ ਕਰਾ ਲੈਣੀ। ਆਪ ਨੇ ਕਿਰਪਾ ਕਰਨੀ, ਸਰੀਰ ਕਰਕੇ ਹਾਜ਼ਰ ਹਾਂ, ਮਨ ਕਰਕੇ ਵੀ ਹਾਜ਼ਰ ਹੋ ਸਕੀਏ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਐਸਾ ਏਕ ਆਦ, ਜੋ ਜੀਵਤ ਮਿਰਤਕ ਹੋਏ। ਕਹਿਣ ਲੱਗੇ ਇਸ ਤਰ੍ਹਾਂ ਦਾ ਕੋਈ ਇੱਕ ਅੱਧਾ ਹੀ ਹੈ, ਜੀਵਤ ਮਿਰਤਕ ਹੋਏ। ਮਿਰਤਕ ਸ਼ਬਦ ਮੌਤ ਤੋਂ ਹੈ, ਮਰਨਾ। ਜੇਕਰ ਗੁਰਬਾਣੀ ਦਾ ਸਿਧਾਂਤ ਵੇਖੀਏ ਤੇ ਇੱਥੇ ਤੇ ਸਿਧਾਂਤ ਹੀ ਇਹ ਦੱਸਿਆ ਗਿਆ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਆਪਣਾ ਆਪ ਮਾਰ ਕੇ ਆਉਣਾ ਪਵੇਗਾ। ਜਿੰਨਾ ਸਮਾਂ ਆਪਣਾ ਆਪ ਹੈ ਤੇ ਫਿਰ ਇਹ ਹਉਮੈ ਦੀ ਪੰਡ ਵੀ ਨਾਲ ਹੈ। ਭਗਤ ਕਬੀਰ ਸਾਹਿਬ ਵੀ ਦੱਸਦੇ ਨੇ, ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾ ਤਤ ਤੂੰ। ਜਿੰਨਾ ਸਮਾਂ ਮੈਂ ਕਰਦਾ ਸੀ, ਓਨਾ ਸਮਾਂ ਤੂੰ ਨਹੀਂ ਸੀ। ਹੁਣ ਤੂੰ ਕੀਤਾ, ਭਾਵ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਜਦੋਂ ਸਭ ਕੁਝ ਸਮਰਪਣ ਕਰ ਦਿੱਤਾ, ਜੀਵਨ ਭਾਵ ਤੋਂ ਮਿਰਤਕ ਹੋਏ, ਆਪਣਾ ਆਪ ਕੁਰਬਾਨ ਕਰ ਦਿੱਤਾ। ਕਹਿਣ ਲੱਗੇ ਇਸ ਤਰ੍ਹਾਂ ਦੇ ਬਹੁਤ ਘੱਟ ਨੇ ਜਿਹੜੇ ਆਪਣੇ ਆਪ ਨੂੰ ਸਮਰਪਣ ਕਰ ਦਿੰਦੇ ਨੇ, ਤੇ ਜਿਹੜੇ ਆਪਣੇ ਆਪ ਨੂੰ ਸਮਰਪਣ ਕਰ ਦਿੰਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ, ਉਹਨਾਂ ਲਈ ਸਤਿਗੁਰਾਂ ਨੇ ਜੀਵਨ ਮੁਕਤ ਦੀ ਗੱਲ ਕੀਤੀ ਹੈ। ਨਿਰਭੈ ਹੋਏ ਕੈ ਗੁਣ ਰਵੈ, ਜਤ ਪੇਖੋ ਤਤ ਸੋਏ। ਉਹ ਫਿਰ ਨਿਰਭੈ ਸਰੂਪ ਹੋ ਜਾਂਦੇ ਨੇ, ਕਿਉਂਕਿ ਉਹ ਵਾਹਿਗੁਰੂ ਨਿਰਵੈਰ ਹੈ, ਨਿਰਭਉ ਹੈ, ਕਿਸੇ ਦਾ ਡਰ ਮੰਨਦਾ ਨਹੀਂ, ਕਿਸੇ ਨੂੰ ਡਰਾਉਂਦਾ ਨਹੀਂ, ਕਿਸੇ ਨਾਲ ਵੈਰ ਭਾਵ ਨਹੀਂ ਹੈ। ਇਸੇ ਤਰ੍ਹਾਂ ਉਸ ਪਰਮਾਤਮਾ ਦੇ ਭਗਤ ਵੀ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਉਹ ਵੀ ਸਭਨਾ ਦੇ ਮਿੱਤਰ ਬਣ ਜਾਂਦੇ ਨੇ, ਹਰਮਨ ਪਿਆਰੇ ਬਣ ਜਾਂਦੇ ਨੇ। ਤੇ ਫਿਰ ਉਹ ਨਿਰਭੈ ਹੋ ਕਰਕੇ, ਕਿਸੇ ਦਾ ਡਰ ਨਹੀਂ, ਕਿਸੇ ਦੀ ਕਾਨ ਕਨੌੜ ਨਹੀਂ। ਗੁਣ ਰਵੈ, ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ। ਜਤ ਪੇਖੋ ਤਤ ਸੋਏ, ਜਿੱਥੇ ਵੀ ਉਹ ਦੇਖਦੇ ਨੇ ਉਸ ਵਾਹਿਗੁਰੂ ਨੂੰ, ਜਿੱਥੇ ਵੀ ਯਾਦ ਕਰਦੇ ਨੇ, ਉਹ ਵਾਹਿਗੁਰੂ ਤਤ ਪਰ ਰੂਪ ਦੇ ਵਿੱਚ ਹਰ ਥਾਂ 'ਤੇ ਉਹਨਾਂ ਨੂੰ ਨਜ਼ਰੀ ਆਉਂਦਾ ਹੈ। ਕੋਈ ਵੀ ਐਸਾ ਥਾਂ ਨਹੀਂ ਜਦੋਂ ਉਹਨਾਂ ਤੋਂ ਪੁੱਛਿਆ ਜਾਵੇ ਤੇ ਉਹ ਕਹਿੰਦੇ ਨੇ ਜਲੇ ਹਰੀ, ਥਲੇ ਹਰੀ, ਇਹਾਂ ਹਰੀ, ਉਹਾਂ ਹਰੀ। ਭਾਵ ਹਰ ਇੱਕ ਥਾਂ 'ਤੇ ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਸੰਤਾਂ ਨੇ ਹੀ ਪੁਕਾਰ ਕੇ ਕਿਉਂ ਕਿਹਾ? ਕਿਉਂਕਿ ਸੰਤਾਂ ਨੂੰ ਉਹ ਘਟ ਘਟ ਵਿੱਚ ਦਿਖਦਾ ਹੈ। ਉਹ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸਭਨਾਂ ਦੇ ਉੱਪਰ ਦ੍ਰਿਸ਼ਟੀ ਇੱਕ ਸਮਾਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੈ। ਇਹ ਕੇਵਲ ਸੰਤਾਂ ਮਹੰਤਾਂ ਮਹਾਤਮਾਵਾਂ ਨੇ ਹੀ ਪਛਾਣਿਆ ਹੈ। ਭਗਤ ਕਬੀਰ ਸਾਹਿਬ ਕਹਿ ਰਹੇ ਨੇ, ਨਿਰਭੈ ਹੋਏ ਕੈ ਗੁਣ ਰਵੈ, ਜਤ ਪੇਖੋ ਤਤ ਸੋਏ। ਹਰ ਇੱਕ ਥਾਂ 'ਤੇ ਰਮਿਆ ਹੋਇਆ ਪ੍ਰਮਾਤਮਾ ਉਹਨਾਂ ਦੀ ਦ੍ਰਿਸ਼ਟੀ ਵਿੱਚ ਹੈ। ਕਬੀਰ ਜਾ ਦਿਨ ਹੋ ਮੂਆ, ਪਾਛੈ ਭਇਆ ਆਨੰਦ।
ਹੁਣ ਹਉਮੈ ਦੀ ਗੱਲ ਕਰਦੇ ਨੇ। ਜਿੰਨਾ ਸਮਾਂ ਸਾਡੇ ਅੰਦਰ ਹਉਮੈ ਹੈ, ਅਸੀਂ ਹੰਕਾਰ ਦੇ ਸਹਿਤ ਤੁਰੇ ਫਿਰਦੇ ਹਾਂ, ਉਹਨਾਂ ਸਮਾਂ ਤੇ ਕਹਿਣ ਲੱਗੇ ਦੁੱਖ ਹੀ ਦੁੱਖ ਹੈ। ਪਰ ਜਿਸ ਦਿਨ ਇਹ ਹੰਕਾਰ ਖਤਮ ਹੋਇਆ, ਮੁੱਕ ਗਿਆ, ਜਾ ਦਿਨ ਹਉ ਮੂਆ। ਹਉ ਮਤਲਬ ਹੰਕਾਰ, ਹੰਕਾਰ ਮਰ ਗਿਆ, ਪਾਛੈ ਭਇਆ ਆਨੰਦ। ਫਿਰ ਆਨੰਦ ਹੀ ਆਨੰਦ ਹੈ। ਇੱਕ ਸ਼ਬਦ ਹੈ ਗੁਰਬਾਣੀ ਵਿੱਚ, ਆਪਾਂ ਅਕਸਰ ਪੜ੍ਹਦੇ ਹਾਂ, ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਹੁਣ ਜਦੋਂ ਆਪਾਂ ਇਸ ਸ਼ਬਦ ਨੂੰ ਥੋੜ੍ਹਾ ਜਿਹਾ ਅੱਖਰਾਂ ਦੀ ਬਣਤਰ ਦੇ ਹਿਸਾਬ ਨਾਲ ਦੇਖੀਏ, ਸਮਝਣ ਦਾ ਯਤਨ ਕਰੀਏ, ਕਿਉਂਕਿ ਵਿਆਖਿਆ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਗੁਰਬਾਣੀ ਅਟੱਲ ਹੈ, ਗੁਰਬਾਣੀ 'ਤੇ ਕੋਈ ਕਿੰਤੂ ਨਹੀਂ ਹੋ ਸਕਦਾ। ਤਿੰਨਾਂ ਕਾਲਾਂ ਦੇ ਵਿੱਚ ਸੱਚ ਹੈ, ਸੱਚੀ ਸੀ, ਸੱਚੀ ਹੈ, ਸੱਚੀ ਰਹੇਗੀ। ਪਰ ਗੁਰਬਾਣੀ ਦੀ ਵਿਆਖਿਆ ਸਮੇਂ ਦੇ ਨਾਲ, ਸਥਾਨ ਦੇ ਨਾਲ ਵੀ ਬਦਲਦੀ ਹੈ। ਹੁਣ ਤੱਕ ਆਪਾਂ ਇਸ ਪੰਕਤੀ ਦੇ ਅਰਥ ਇਹੋ ਹੀ ਕਰਦੇ ਆਏ ਹਾਂ ਕਿ ਨਰੂ ਮਰੈ ਨਰ ਕਾਮ ਨਾ ਆਵੈ। ਮਨੁੱਖ ਮਰ ਜਾਂਦਾ ਹੈ, ਮਨੁੱਖ ਕਿਸੇ ਕੰਮ ਨਹੀਂ ਆਉਂਦਾ। ਪਸ਼ੂ ਮਰੈ ਦਸ ਕਾਜ ਸਵਾਰੈ। ਅਰਥ ਇਹ ਲਿਆ ਜਾਂਦਾ ਹੈ ਕਿ ਪਸ਼ੂ ਮਰਨ ਤੋਂ ਬਾਅਦ ਵੀ ਕੰਮ ਆਉਂਦੇ, ਉਹਦੀ ਜਿਹੜੀ ਚਮੜੀ ਵੀ ਕੰਮ ਆਉਂਦੀ, ਉਹਦੀਆਂ ਹੱਡੀਆਂ ਵੀ ਕੰਮ ਆਉਂਦੀਆਂ। ਪਰ ਨਹੀਂ, ਇਹ ਅਰਥ ਸੀ, ਗਲਤ ਨਹੀਂ ਸੀ, ਅਰਥ ਹੈ। ਪਰ ਕੁਝ ਨਵੇਂ ਅਰਥ ਵੀ ਸਾਨੂੰ ਗੁਰਬਾਣੀ ਵਿੱਚੋਂ ਮਿਲਦੇ ਨੇ। ਨਰੂ ਮਰੈ ਨਰ ਕਾਮ ਨਾ ਆਵੈ। ਹੁਣ ਮਨੁੱਖ ਦੇ ਅੰਦਰੋਂ ਜੇ ਮਨੁੱਖਤਾਈ ਹੀ ਮਰ ਗਈ, ਖਿਆਲ ਕਰਨਾ, ਨਰੂ ਮਰੈ ਨਰ ਕਾਮ ਨਾ ਆਵੈ। ਮਨੁੱਖ ਦੇ ਅੰਦਰੋਂ ਜੇ ਮਨੁੱਖਤਾਈ ਮਰ ਗਈ, ਨਰ ਇਨਸਾਨੀਅਤ ਮਰ ਗਈ, ਮਨੁੱਖ ਕਿਸੇ ਕੰਮ ਦਾ ਹੀ ਨਹੀਂ। ਕਿਉਂਕਿ ਇਹ ਪੰਕਤੀ ਹੈ ਨਾ, ਮਹਾਰਾਜ ਨੇ ਕਿਹਾ, ਭਗਤ ਕਬੀਰ ਸਾਹਿਬ ਨੇ, ਜਾ ਦਿਨ ਹਉ ਮੂਆ, ਪਾਛੇ ਭਇਆ ਆਨੰਦ। ਇਸੇ ਨਾਲ ਰਿਲੇਟਡ ਨਰੂ ਮਰੈ ਨਰ ਕਾਮ ਨਾ ਆਵੈ। ਜਦੋਂ ਇਨਸਾਨੀਅਤ ਮਰ ਗਈ, ਮਨੁੱਖਤਾਈ ਮਰ ਗਈ, ਮਨੁੱਖ ਕਿਸੇ ਕੰਮ ਦਾ ਨਹੀਂ। ਪਸ਼ੂ ਮਰੈ ਦਸ ਕਾਜ ਸਵਾਰੈ। ਜਦੋਂ ਪਸ਼ੂ ਪੁਣਾ, ਪਸ਼ੂ ਵਾਲੀ ਬਿਰਤੀ, ਹਉਮੈ ਹੰਕਾਰ ਵਿਸ਼ੇ ਵਿਕਾਰ ਮਰ ਗਏ, ਖਤਮ ਹੋ ਗਏ, ਤੇ ਇਹੋ ਹੀ ਮਨੁੱਖ ਜਿਹੜਾ ਉਹ ਕੰਮ ਦਾ ਹੈ। ਦਸ ਕਾਜ ਸਵਾਰੈ, ਸਾਰੇ ਕੰਮ ਕਰੇਗਾ, ਸਭ ਕੁਝ ਕਰੇਗਾ। ਭਗਤ ਕਬੀਰ ਸਾਹਿਬ ਵੀ ਇਹੋ ਕਹਿ ਰਹੇ ਨੇ, ਜਾ ਦਿਨ ਹਉ ਮੂਆ, ਪਾਛੈ ਪਿਆ ਆਨੰਦ। ਜਦੋਂ ਹਉਮੈ ਨੂੰ ਮਾਰ ਦਿੱਤਾ, ਹਉਮੈ ਨੂੰ ਕੰਟਰੋਲ ਵਿੱਚ ਕਰ ਲਿਆ, ਤੇ ਪਿੱਛੇ ਹੁਣ ਆਨੰਦ ਹੀ ਆਨੰਦ ਹੈ। ਇਸ ਸੂਖਸ਼ਮ ਸਰੀਰ ਦੇ ਅੰਦਰ ਜੋ ਇੰਦਰੇ ਨੇ, ਜੋ ਸਾਡਾ ਇੱਕ ਸਥੂਲ ਸਰੀਰ ਹੈ, ਇੱਕ ਸੂਖਮ ਸਰੀਰ ਹੈ, ਹੁਣ ਇਹਦੇ ਅੰਦਰ ਹਉਮੈ ਦਾ ਪ੍ਰਭਾਵ ਖਤਮ ਹੋ ਗਿਆ। ਤੇ ਹੁਣ ਇਹ ਸਾਰੇ ਜਿੰਨੇ ਵੀ ਸੂਖਸ਼ਮ ਰੂਪ ਦੇ ਵਿੱਚ ਸਾਡਾ ਮਨ, ਸਾਡਾ ਅੰਤਸ਼ਕਰਨ, ਉਹ ਖੁਸ਼ ਹੈ, ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ। ਕਿਉਂਕਿ ਇਹ ਜਿਹੜੇ ਪੰਜ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ ਦੋਖ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਮਨੁੱਖ ਨੂੰ ਇਸ ਤਰ੍ਹਾਂ ਜਕੜ ਲੈਂਦੇ ਨੇ। ਮਨੁੱਖ ਇਹਨਾਂ ਦੀ ਗ੍ਰਿਫਤ ਵਿੱਚ ਆ ਕਰਕੇ ਕਦੀ ਦੁਖੀ ਹੁੰਦਾ ਹੈ, ਛਿਨ ਪਲ ਦਾ ਸੁੱਖ ਮਹਿਸੂਸ ਕਰਦਾ ਹੈ, ਫਿਰ ਚਿੰਤਾ ਦੇ ਵਿੱਚ ਆਉਂਦਾ ਹੈ, ਫਿਰ ਦੁਖੀ ਹੁੰਦਾ ਹੈ। ਕਹਿਣ ਤੋਂ ਭਾਵੇਂ ਕਿ ਇਹ ਜਦੋਂ ਹੰਕਾਰ ਦੂਰ ਹੋਇਆ ਤੇ ਹੁਣ ਆਨੰਦ ਹੀ ਆਨੰਦ ਹੈ। ਮੋਹੇ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਮੋਹੇ, ਮੈਨੂੰ ਮੇਰਾ ਪ੍ਰਮਾਤਮਾ ਮਿਲ ਗਿਆ। ਕਿਉਂਕਿ ਪਹਿਲੀ ਗੱਲ ਤੇ ਇਹ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਉਸ ਸਰੂਪ ਨੂੰ ਪਛਾਣਿਆ ਕਿਵੇਂ ਜਾਵੇਗਾ? ਜਦੋਂ ਇਹ ਜਿਹੜੀਆਂ ਭੈੜੀਆਂ ਅਲਾਮਤਾਂ ਸਾਨੂੰ ਚਿੰਬੜੀਆਂ ਪਈਆਂ ਨੇ, ਇਹਨਾਂ ਨੂੰ ਦੂਰ ਕਰਨਾ ਪਵੇਗਾ। ਤੇ ਉਹ ਹੰਕਾਰ ਦੂਰ ਹੋਇਆ ਤੇ ਕਹਿਣ ਲੱਗੇ ਆਨੰਦ ਦੀ ਪ੍ਰਾਪਤੀ ਹੋਈ। ਜਦੋਂ ਆਨੰਦ ਦੀ ਪ੍ਰਾਪਤੀ ਹੋਈ ਤੇ ਆਨੰਦ ਦੀ ਪ੍ਰਾਪਤੀ ਦੇ ਨਾਲ ਇੱਕ ਪ੍ਰਾਪਤੀ ਹੋਰ ਵੀ ਹੈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈਆ। ਇਹ ਖੁਸ਼ੀ, ਇਹ ਆਨੰਦ ਹੈ। ਆਨੰਦ ਸਾਹਿਬ ਦੀ ਬਾਣੀ ਵਿੱਚ ਪਾਤਸ਼ਾਹ ਨੇ ਦੱਸਿਆ, ਮੋਹੇ ਮਿਲਿਓ ਪ੍ਰਭ ਆਪਣਾ, ਮੈਨੂੰ ਆਪਣਾ ਪ੍ਰਭੂ ਪ੍ਰਮਾਤਮਾ ਮਿਲ ਗਿਆ। ਸੰਗੀ ਭਜੈ ਗੋਬਿੰਦ। ਇੱਥੇ ਸੰਗੀ ਕਿਹੜੇ ਨੇ? ਸਾਡੇ ਅੰਦਰ ਹੀ ਹੈ। ਵੈਰੀ ਵੀ ਅੰਦਰ ਨੇ, ਸੰਗੀ ਵੀ ਅੰਦਰ ਨੇ। ਜਿਹੜੇ ਸ਼ੁਭ ਗੁਣ ਨੇ ਉਹ ਵੀ ਅੰਦਰ ਨੇ। ਸਾਡੇ ਜਿਹੜੇ ਇੰਦਰੇ ਨੇ, ਇਹ ਸਾਡੇ ਮਿੱਤਰ ਵੀ ਨੇ, ਸਾਡੇ ਦੁਸ਼ਮਣ ਵੀ ਨੇ।
ਇਹਨਾਂ ਅੱਖਾਂ ਦੇ ਨਾਲ ਜੇ ਗੁਰੂ ਦੇ ਦੀਦਾਰ ਹੋਣਗੇ ਤੇ ਅੱਖਾਂ ਮਿੱਤਰ ਹੈ। ਇਹਨਾਂ ਕੰਨਾਂ ਦੇ ਨਾਲ ਜੇ ਗੁਰੂ ਦੀ ਬਾਣੀ ਸੁਣੀ ਜਾਊ ਤੇ ਕੰਨ ਮਿੱਤਰ ਹੈ। ਇਸ ਜੀਭ ਦੇ ਨਾਲ ਜੇ ਰਸਨਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਿਆ ਜਾਵੇ ਤੇ ਮਿੱਤਰ ਹੈ। ਪਰ ਇਸ ਤੋਂ ਉਲਟ ਜੇ ਇਹਨਾਂ ਅੱਖਾਂ ਦੇ ਨਾਲ ਵਿਕਾਰ ਵੇਖੇ ਗਏ, ਕੰਨਾਂ ਨਾਲ ਵਿਕਾਰੀ ਸਾਖਤ ਗੀਤ ਸੁਣੇ ਗਏ ਜਿਹੜੇ ਸਾਨੂੰ ਪਰਮਾਤਮਾ ਤੋਂ ਦੂਰ ਕਰਦੇ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਤੇ ਫਿਰ ਇਹ ਸਾਡੇ ਦੁਸ਼ਮਣ ਨੇ। ਤੇ ਕਹਿਣ ਲੱਗੇ ਇਹ ਸੰਗੀ ਬਣ ਗਏ, ਇਹ ਸਾਥੀ ਬਣ ਗਏ। ਇਹ ਹੁਣ ਬੁਰਾ ਦੇਖਦੇ ਨਹੀਂ, ਇਹ ਬੁਰਾ ਸੁਣਦੇ ਨਹੀਂ, ਇਹ ਬੁਰਾ ਬੋਲਦੇ ਨਹੀਂ, ਇਹ ਹੱਥ ਬੁਰਾ ਕਰਦੇ ਨਹੀਂ, ਇਹ ਪੈਰ ਬੁਰੇ ਕਰਮ ਕਰਨ ਵੱਲ ਵਧਦੇ ਨਹੀਂ। ਸੰਗੀ ਭਜਹਿ ਗੋਬਿੰਦ, ਇਹ ਜਿਹੜੇ ਮੇਰੇ ਸਾਥੀ ਬਣ ਗਏ ਇਹ ਵੀ ਪਰਮਾਤਮਾ ਦੀ ਸਿਫਤ ਕਰਦੇ ਹਨ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਇਹ ਗੁਣ ਭਗਤ ਕਬੀਰ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਸਾਡੇ ਅੰਦਰ ਭਾਵੇਂ ਜਿੰਨੇ ਮਰਜ਼ੀ ਵਿਕਾਰ ਹੋਣ, ਜਿੰਨੇ ਮਰਜ਼ੀ ਪਾਪ ਹੋਣ, ਪਰ ਅਸੀਂ ਹਮੇਸ਼ਾ ਉਂਗਲ ਅਗਲੇ ਵੱਲ ਕਰਦੇ ਹਾਂ ਕਿ ਫਲਾਨਾ ਬੜਾ ਮਾੜਾ ਹੈ, ਸਮਾਜ ਬੜਾ ਮਾੜਾ ਹੈ, ਸਮਾਜ ਵਿੱਚ ਆਹ ਕੁਝ ਹੋ ਰਿਹਾ ਹੈ। ਕਿਤੇ ਇਹ ਨਹੀਂ ਦੇਖਿਆ ਕਿ ਸਮਾਜ ਵੀ ਆਪਣੇ ਤੋਂ ਹੀ ਸਿਰਜਿਆ ਜਾਂਦਾ ਹੈ। ਅਸੀਂ ਆਪ ਸਹੀ ਹੋਣ ਦੀ ਕੋਸ਼ਿਸ਼ ਕਰੀਏ। ਜੇ ਅਸੀਂ ਸਹੀ ਹਾਂ ਤੇ ਸਮਾਜ ਵੀ ਸਹੀ ਹੈ। ਕਿਤੇ ਝਾਤੀ ਮਾਰ ਕੇ ਦੇਖੀਏ। ਭਗਤ ਕਬੀਰ ਸਾਹਿਬ ਕਹਿੰਦੇ ਸਭ ਤੇ ਹਮ ਬੁਰੇ, ਇਹ ਗੱਲ ਨੂੰ ਪੱਲੇ ਬੰਨੀਏ। ਕਿਸੇ ਨੂੰ ਬੁਰਾ ਕਹਿਣ ਨਾਲੋਂ ਪਹਿਲਾਂ ਅਸੀਂ ਆਪਣੇ ਆਪ ਵਿੱਚ ਵੇਖੀਏ ਅਸੀਂ ਕਿੰਨੇ ਕੁ ਚੰਗੇ ਹਾਂ, ਅਸੀਂ ਕਿੰਨੇ ਕੁ ਕਿਸੇ ਤੋਂ ਉਮੀਦ ਕਰ ਸਕਦੇ ਹਾਂ। ਪਰ ਉਸ ਤੋਂ ਪਹਿਲਾਂ ਅਸੀਂ ਦੇਖੀਏ ਕਿ ਅਸੀਂ ਕਿੰਨੇ ਕੁ ਸਹੀ ਹਾਂ। ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਕਿ ਸਾਨੂੰ ਛੱਡ ਕੇ ਬਾਕੀ ਸਾਰੇ ਹੀ ਭਲੇ ਨੇ। ਕਹਿਣ ਲੱਗੇ ਜਿਨ੍ਹਾਂ ਨੇ ਇਸ ਕਰਕੇ ਇਸ ਗੱਲ ਨੂੰ ਸਮਝ ਲਿਆ। ਜਿਨ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ। ਭਗਤ ਸਾਹਿਬ ਕਹਿੰਦੇ ਜਿਨ੍ਹਾਂ ਨੇ ਇਹ ਗੱਲ ਸਮਝ ਲਈ, ਉਹਨਾਂ ਨੂੰ ਪਤਾ ਹੈ ਬਹੁਤ ਔਖੀ ਹੈ, ਕਿਉਂਕਿ ਅਸੀਂ ਦੂਜਿਆਂ ਨੂੰ ਮਾੜਾ ਕਹਿੰਦੇ ਹਾਂ, ਆਪਣੇ ਆਪ ਨੂੰ ਚੰਗਾ ਪੇਸ਼ ਕਰਦੇ ਹਾਂ। ਪਰ ਭਗਤ ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਨੇ ਇਹ ਗੱਲ ਪੱਲੇ ਬੰਨ੍ਹ ਲਈ ਉਹ ਸਾਡਾ ਮਿੱਤਰ ਹੈ। ਜਿਨ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ, ਉਹ ਸਾਡਾ ਮਿੱਤਰ ਹੈ। ਕਬੀਰ ਆਈ ਮੁਝ ਹੈ ਪਹਿ ਅਨਕ ਕਰੇ ਕਰ ਪੇਸ। ਮਾਇਆ ਦਾ ਜ਼ਿਕਰ ਕਰਦੇ, ਗੁਰਬਾਣੀ ਵਿੱਚ ਮਾਇਆ ਦੇ ਬੜੇ ਰੂਪ ਦੱਸੇ ਗਏ ਨੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਪੁਜੈ ਭਾਉ ਦੂਜਾ ਲਾਇਆ। ਮਾਇਆ ਐਸੀ ਮੋਹਣੀ ਭਾਈ, ਮੋਹਣੀ ਸਰੂਪ ਵੀ ਕਿਹਾ ਗਿਆ। ਬਿਨਾਂ ਦੰਦਾਂ ਤੋਂ ਜੱਗ ਨੂੰ ਜਿੰਨੇ ਖਾ ਲਿਆ। ਮਾਇਆ ਕਾ ਕਿਆ ਕਰਮ ਹੈ, ਮਾਇਆ ਦਾ ਕੀ ਰੂਪ ਹੈ, ਮਾਇਆ ਦਾ ਕੀ ਕਰਮ ਹੈ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੱਸਦੇ ਨੇ ਦੁੱਖ ਸੁੱਖ ਜੀਓ ਬੱਧ ਹੈ, ਹਉਮੈ ਕਰਮ ਕਮਾਏ। ਇਹ ਜੀਵ ਨੂੰ ਕਦੇ ਦੁਖੀ ਕਰਦੀ ਹੈ, ਕਦੇ ਸੁਖੀ ਕਰਦੀ ਹੈ। ਜੀਵ ਹਉਮੈ ਦੇ ਵਿੱਚ ਆ ਕੇ ਕਰਮ ਕਰਦਾ ਹੈ। ਇੱਕ ਵਾਰ ਵਿਸ਼ਨੂੰ ਭਗਵਾਨ ਤੇ ਲక్ష్ਮੀ, ਜਿਹਨੂੰ ਮਾਇਆ ਕਿਹਾ, ਇਹਨਾਂ ਦਾ ਆਪਸੀ ਸੰਵਾਦ ਹੁੰਦਾ ਹੈ। ਮਾਇਆ ਕਹਿੰਦੀ ਮੇਰੇ ਭਗਤ ਵੱਡੇ ਹੈ, ਤੇ ਵਿਸ਼ਨੂੰ ਭਗਵਾਨ ਕਹਿਣ ਲੱਗਾ ਮੇਰੇ ਭਗਤ ਵੱਡੇ ਹੈ। ਦੋਨਾਂ ਨੇ ਸੰਵਾਦ ਤੋਂ ਬਾਅਦ ਵਿਸ਼ਨੂੰ ਭਗਵਾਨ ਕਹਿਣ ਲੱਗਾ ਪਹਿਲਾਂ ਮੈਂ ਤੇਰੇ ਭਗਤਾਂ ਨੂੰ ਦੇਖਾਂਗਾ ਕਿ ਤੇਰੇ ਭਗਤ ਕੀ ਕਰਦੇ ਨੇ। ਵਿਸ਼ਨੂੰ ਜਾਂਦਾ ਹੈ ਕਿਸੇ ਸ਼ਾਹੂਕਾਰ ਦੇ ਘਰ, ਬਹੁਤ ਧਨਾੜ ਹੈ। ਉਹਦੇ ਘਰ ਜਾ ਕਰਕੇ ਦਰਵਾਜ਼ੇ 'ਤੇ ਪਹੁੰਚਦਾ ਹੈ। ਸ਼ਾਹੂਕਾਰ ਦੇਖਦਾ ਹੈ ਕੋਈ ਮਹਾਤਮਾ ਆਇਆ, ਮਹਾਤਮਾ ਦਾ ਰੂਪ ਧਾਰਨ ਕੀਤਾ। ਨਮਸਕਾਰ ਕੀਤੀ, ਘਰ ਬੁਲਾਇਆ, ਪ੍ਰਸ਼ਾਦਾ ਪਾਣੀ ਛਕਾਇਆ ਤੇ ਕਹਿਣ ਲੱਗੇ ਜੇ ਤੁਸੀਂ ਕੁਝ ਸਮਾਂ ਹੋਰ ਰਹੋ ਤੇ ਤੁਹਾਡੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਹਾਂ। ਮਹਾਤਮਾ ਕਹਿਣ ਲੱਗਾ ਜੇ ਸਾਡੀ ਸੇਵਾ ਕਰਨੀ ਤੇ ਫਿਰ ਸਾਡੀ ਇੱਕ ਸ਼ਰਤ ਹੈ, ਜਿੰਨਾ ਸਮਾਂ ਸਾਡੀ ਮਰਜ਼ੀ ਹੋਈ ਅਸੀਂ ਤੇਰੇ ਘਰ ਰਵਾਂਗੇ, ਤੇਰੇ ਘਰ ਤੋਂ ਅਸੀਂ ਬਾਹਰ, ਤੂੰ ਸਾਨੂੰ ਕਵੇਂ ਅਸੀਂ ਤਾਂ ਵੀ ਨਹੀਂ ਜਾਣਾ, ਅਸੀਂ ਆਪਣੀ ਮਰਜ਼ੀ ਦੇ ਨਾਲ ਜਾਣਾ। ਸ਼ਾਹੂਕਾਰ ਕਹਿਣ ਲੱਗਾ ਜੀ ਆਪਣਾ ਘਰ ਬੜਾ ਵੱਡਾ ਜੀ, ਸਦਕੇ ਰਹੋ, ਜਿੰਨਾ ਸਮਾਂ ਮਰਜ਼ੀ ਰਹੋ। ਸਾਰੇ ਘਰ ਦੇ ਕਮਰੇ ਦਿਖਾਏ। ਇੱਕ ਚੁਬਾਰੇ ਦੇ ਵਿੱਚ ਮਹਾਤਮਾ ਦਾ ਆਸਣ ਲਵਾਇਆ, ਪਰ ਉਹ ਮਹਾਤਮਾ ਆਪ ਹੀ ਵਿਸ਼ਨੂੰ ਸਰੂਪ ਸੀ। ਇੰਨੇ ਨੂੰ ਲక్ష్ਮੀ ਆਪਣਾ ਸਰੂਪ ਧਾਰਨ ਕਰਕੇ ਆਈ, ਆਪਣੇ ਭਗਤ ਨੂੰ ਖੁਸ਼ ਕਰਨ ਵਾਸਤੇ ਬਹੁਤ ਸੁੰਦਰ ਸਰੂਪ ਧਾਰਨ ਕੀਤਾ ਤੇ ਇਹਦੇ ਦਰਵਾਜ਼ੇ 'ਤੇ ਆ ਕੇ ਖੜੀ
ਤੇ ਕਹਿਣ ਲੱਗੀ ਮੈਨੂੰ ਪਾਣੀ ਪਿਆਓ। ਇਹ ਸ਼ਾਹੂਕਾਰ ਪਾਣੀ ਪਿਆਉਣ ਵਾਸਤੇ ਗਿਆ ਤੇ ਕਹਿਣ ਲੱਗੀ ਮੈਂ ਆਪਣੇ ਬਰਤਨ ਵਿੱਚ ਪਾਣੀ ਪੀਂਦੀ ਹਾਂ। ਸੋਨੇ ਦੇ ਗਲਾਸ ਵਿੱਚ ਪਾਣੀ ਪੀਤਾ ਤੇ ਉਸ ਤੋਂ ਬਾਅਦ ਉਹ ਗਲਾਸ ਉੱਥੇ ਹੀ ਰੱਖ ਦਿੱਤਾ। ਕਹਿਣ ਲੱਗੀ ਜਿਹੜੇ ਗਲਾਸ 'ਚ ਮੈਂ, ਜਿਹੜੇ ਭਾਂਡਿਆਂ ਵਿੱਚ ਮੈਂ, ਬਰਤਨਾਂ ਵਿੱਚ ਇੱਕ ਵਾਰ ਭੋਜਨ ਪਾਣੀ ਛਕਦੀ ਹਾਂ, ਮੈਂ ਦੁਬਾਰਾ ਨਹੀਂ ਛਕਦੀ। ਜਿੱਥੋਂ ਛਕਦੀ ਮੈਂ ਉੱਥੇ ਹੀ ਇਹ ਦੇ ਦਿੰਦੀ ਹਾਂ। ਸ਼ਾਹੂਕਾਰ ਦੇ ਮਨ ਵਿੱਚ ਲਾਲਚ ਆ ਗਿਆ ਵੀ ਜੇ ਇੱਕ ਪਾਣੀ ਦਾ ਗਲਾਸ ਪਿਆਉਣ ਦੇ ਨਾਲ ਇੱਕ ਸੋਨੇ ਦਾ ਗਲਾਸ ਮਿਲ ਗਿਆ, ਕਿਉਂ ਨਾ ਮੈਂ ਇਹਨੂੰ ਹੁਣ ਪ੍ਰਸ਼ਾਦਾ ਵੀ ਛਕਾਵਾਂ, ਮੈਨੂੰ ਹੋਰ ਵੀ ਭਾਂਡੇ ਮਿਲਣਗੇ। ਬੇਨਤੀ ਕਰਕੇ ਆਪਣੇ ਘਰ ਮਹਿਲਾਂ ਦੇ ਵਿੱਚ ਲੈ ਗਿਆ। ਤੇ ਅੱਗੋਂ ਇਹ ਜੋ ਮਾਇਆ ਸੀ, ਲక్ష్ਮੀ ਸੀ, ਆਪਣਾ ਸਰੂਪ ਧਾਰਨ ਕੀਤਾ। ਇਹ ਕਹਿਣ ਲੱਗੀ ਮੈਂ ਆਪਣੀ ਮਰਜ਼ੀ ਦੇ ਨਾਲ ਜਿਹੜਾ ਕਮਰਾ ਮੈਨੂੰ ਪਸੰਦ ਆਵੇਗਾ ਮੈਂ ਤੇ ਉੱਥੇ ਰਹਾਂਗੀ। ਹੁਣ ਜਿਸ ਕਮਰੇ ਦੇ ਵਿੱਚ ਮਹਾਤਮਾ ਦਾ ਆਸਣ ਲੱਗਾ, ਇਹ ਕਹਿਣ ਲੱਗੀ ਮੈਨੂੰ ਤੇ ਇਹੋ ਹੀ ਕਮਰਾ ਪਸੰਦ ਹੈ, ਪਰ ਇਸ ਸਾਧੂ ਨੂੰ ਪਹਿਲਾਂ ਬਾਹਰ ਕੱਢੋ। ਸਾਧੂ ਕਹਿਣ ਲੱਗਾ ਤੁਸੀਂ ਮੇਰੇ ਨਾਲ ਵਚਨ ਕੀਤੇ ਸੀ ਕਿ ਜਿੰਨਾ ਸਮਾਂ ਮੈਂ ਨਹੀਂ ਜਾਵਾਂਗਾ ਤੁਸੀਂ ਮੈਨੂੰ ਕੱਢ ਨਹੀਂ ਸਕਦੇ। ਉਹਨਾਂ ਨੇ, ਕਿਉਂਕਿ ਹੁਣ ਲਾਲਚ, ਲక్ష్ਮੀ ਭਾਰੂ ਪੈ ਚੁੱਕੀ ਸੀ ਉਹਨਾਂ ਦੇ ਮਨ ਦੇ ਉੱਪਰ, ਸਾਧੂ ਦਾ ਬਚਨ ਜਿਹੜਾ ਸੀ ਉਹ ਨਿੱਕਾ ਲੱਗਣ ਲੱਗ ਪਿਆ ਵੀ ਇਹ ਸਾਧ ਨੇ ਕੀ ਦੇਣਾ ਹੈ। ਉਹ ਸ਼ਾਹੂਕਾਰ ਦੇ ਮੁੰਡਿਆਂ ਨੇ ਸਾਧੂ ਨੂੰ ਕੁੱਟ-ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ। ਫਿਰ ਸਮਾਂ ਅਗਲੀ ਪਰਖ ਦਾ ਆਇਆ। ਲక్ష్ਮੀ ਕਹਿੰਦੀ ਦੇਖਿਆ ਫਿਰ ਮੇਰੇ ਭਗਤ ਵੱਡੇ ਹੋਏ ਨਾ, ਤੈਨੂੰ ਘਰ ਚੋਂ ਬਾਹਰ ਕੱਢ ਦਿੱਤਾ। ਕਹਿਣ ਲੱਗਾ ਨਹੀਂ ਹੁਣ ਤੂੰ ਜਾ ਮੇਰੇ ਭਗਤ ਕੋਲੇ, ਕਬੀਰ ਹੈ ਮੇਰਾ ਭਗਤ, ਉਹ ਭਗਤੀ ਕਰ ਰਿਹਾ ਜਾ ਕਾਂਸ਼ੀ ਦੇ ਵਿੱਚ। ਭਗਤ ਕਬੀਰ ਸਾਹਿਬ ਖੱਡੀ ਦਾ ਕੰਮ ਕਰ ਰਹੇ ਨੇ। ਮਾਇਆ ਨੇ ਇੱਕ ਮੋਹਣੀ ਸਰੂਪ ਧਾਰਨ ਕੀਤਾ, ਸੂਤ ਆਦਿ ਚੱਕਿਆ ਤੇ ਕਬੀਰ ਦੇ ਖੱਡੀ ਦੇ ਕੋਲ ਪਹੁੰਚ ਗਈ। ਕਹਿਣ ਲੱਗੀ ਜੀ ਮੇਰੀ ਜਿਹੜਾ ਹੈ ਉਹ ਬਸਤਰ ਪਹਿਲਾਂ ਤਿਆਰ ਕਰੋ। ਕਬੀਰ ਸਾਹਿਬ ਕਹਿਣ ਲੱਗੇ ਨਹੀਂ ਹੋ ਸਕਦਾ ਕਿਉਂਕਿ ਪਹਿਲਾਂ ਕੰਮ ਬੜਾ ਹੈ। ਇਹਨੇ ਕਿਹਾ ਮੈਂ ਤੈਨੂੰ ਦੁੱਗਣੀ ਚੌਗਣੀ ਮਜ਼ਦੂਰੀ ਦਊਂਗੀ, ਮੇਰਾ ਕਾਰਜ ਪਹਿਲਾਂ ਕਰ। ਕਬੀਰ ਸਾਹਿਬ ਕਹਿਣ ਲੱਗੇ ਨਹੀਂ ਹੋ ਸਕਦਾ, ਪਹਿਲਾਂ ਕੰਮ ਹੋਰ ਬੜਾ ਹੋਇਆ ਪਿਆ। ਇਹਨੇ ਵੇਖਿਆ ਕਬੀਰ ਨਹੀਂ ਮੰਨਦਾ। ਇਹਨੇ ਆਪਣੀਆਂ ਚੰਚਲਤਾਈਆਂ ਜਦੋਂ ਸ਼ੁਰੂ ਕੀਤੀਆਂ ਤੇ ਕਬੀਰ ਸਾਹਿਬ ਨੇ ਅੰਤਰ ਧਿਆਨ ਹੋ ਕਰਕੇ ਦੇਖਿਆ ਵੀ ਇਹ ਤੇ ਇਸਤਰੀ ਨਹੀਂ, ਇਹ ਤੇ ਮਾਇਆ ਹੈ, ਮੈਨੂੰ ਛਲਣ ਵਾਸਤੇ ਆਈ ਹੈ। ਆਪਣੇ ਪੁੱਤਰ ਕਮਾਲੇ ਨੂੰ ਕਿਹਾ ਪੁੱਤਰ ਇੱਕ ਛੁਰੀ ਲੈ ਕੇ ਆ। ਉਹਨੇ ਇੱਕ ਛੁਰੀ ਲਿਆਂਦੀ। ਗੁਰਬਾਣੀ ਵਿੱਚ ਵੀ ਬਚਨ ਹੈ ਨੱਕ ਹੋ ਕਾਟੀ ਕੰਨ ਹੋ ਕਾਟੀ ਕਾਟ ਕੂਟ ਕੇ ਡਾਰੀ। ਕਬੀਰ ਸਾਹਿਬ ਨੇ ਮਾਇਆ ਦਾ ਨੱਕ ਤੇ ਕੰਨ ਕੱਟਤਾ ਤੇ ਰੋਂਦੀ ਹੋਈ ਵਾਪਸ ਆਈ। ਤੇ ਫਿਰ ਵਿਸ਼ਨੂੰ ਕਹਿਣ ਲੱਗੇ ਦੱਸ ਹੁਣ ਤੇਰਾ ਭਗਤ ਵੱਡਾ ਕਿ ਮੇਰਾ ਭਗਤ ਵੱਡਾ। ਸੋ ਭਗਤ ਕਬੀਰ ਸਾਹਿਬ ਕਹਿਣ ਲੱਗੇ ਆਈ ਮੁਝ ਹੈ ਪੈ ਅਨਕ ਕਰੇ ਕਰ ਭੇਸ। ਇਹ ਜਿਹੜੀ ਮਾਇਆ ਹੈ ਸਾਡੇ ਕੋਲੇ ਬੜੇ ਭੇਸ ਧਾਰਨ ਕਰਕੇ ਆਈ, ਪਰ ਕੀ ਹੋਇਆ ਅੱਗੇ ਦੱਸਦੇ ਹਨ। ਹਮ ਰਾਖੇ ਗੁਰ ਆਪਨੇ ਉਹਨੇ ਕੀਨੋ ਆਦੇਸ਼। ਸਾਨੂੰ ਸਾਡੇ ਗੁਰੂ ਨੇ ਰੱਖ ਲਿਆ, ਸਾਡੇ ਗੁਰੂ ਨੇ ਸਾਨੂੰ ਬਚਾ ਲਿਆ ਉਸ ਮਾਇਆ ਤੋਂ, ਮੋਹੜੀ ਰੂਪ ਤੋਂ। ਉਨ ਕੀਨੋ ਆਦੇਸ਼, ਉਹਨੂੰ ਆਦੇਸ਼ ਕਰ ਦਿੱਤਾ ਭਾਈ ਤੂੰ ਜਾ, ਜਿੱਥੇ ਤੇਰੇ ਭਗਤ ਨੇ, ਜਿੱਥੇ ਲੋਕ ਤੇਰੀ ਪੂਜਾ ਕਰਦੇ ਆ, ਤੂੰ ਉਹਨਾਂ ਕੋਲੇ ਜਾ। ਇਸ ਘਰ ਦੇ ਵਿੱਚ ਤੇ ਪ੍ਰਮਾਤਮਾ ਦੀ ਬੰਦਗੀ, ਪ੍ਰਮਾਤਮਾ ਦੀ ਭਗਤੀ ਹੋਵੇਗੀ, ਤੇਰੇ ਲਈ ਕੋਈ ਟਿਕਾਣਾ ਨਹੀਂ ਹੈ। ਕਬੀਰ ਸੋਈ ਮਾਰੀਐ ਜਹ ਮੂਹੈ ਸੁਖ ਹੋਏ। ਭਗਤ ਕਬੀਰ ਸਾਹਿਬ ਕਹਿਣ ਲੱਗੇ ਉਹਨਾਂ ਦੁਸ਼ਮਣਾਂ ਨੂੰ ਮਾਰੋ ਜਿਨ੍ਹਾਂ ਨੂੰ ਮਾਰਨ ਦੇ ਨਾਲ ਸੁੱਖ ਦੀ ਪ੍ਰਾਪਤੀ ਹੋਵੇਗੀ। ਕਿਹੜੇ ਦੁਸ਼ਮਣ? ਪਿੱਛੇ ਵੀ ਜ਼ਿਕਰ ਆਇਆ ਜਾ ਦਿਨ ਹਉ ਮੂਆ ਪਾਛੇ ਭਇਆ ਆਨੰਦ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਨੂੰ ਮਾਰਨਾ ਹੈ, ਇਹਨਾਂ ਨੂੰ ਮਾਰ ਕੇ ਹੀ ਸੁੱਖ ਦੀ ਪ੍ਰਾਪਤੀ ਹੋਵੇਗੀ। ਭਲੋ ਭਲੋ ਸਭ ਕੋ ਕਹੈ ਬੁਰੋ ਨ ਮਾਨੈ ਕੋਏ। ਤੇ ਜਿਨ੍ਹਾਂ ਨੇ ਇਹਨਾਂ ਪੰਜਾਂ ਦੁਸ਼ਟਾਂ ਨੂੰ ਮਾਰ ਲਿਆ ਤੇ ਕਹਿਣ ਲੱਗੇ ਉਹਨਾਂ ਨੂੰ ਫਿਰ ਸਾਰੇ ਕਹਿਣਗੇ ਭਲੋ ਭਲੋ, ਸਭ ਚੰਗਾ ਹੀ ਕਹਿਣਗੇ। ਬੁਰੋ ਨਾ ਮਾਨੈ ਕੋਏ, ਕੋਈ ਵੀ ਬੁਰਾ ਨਹੀਂ ਕਹੇਗਾ। ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਉਬੇ ਜੰਤ। ਹੁਣ ਕਹਿਣ ਲੱਗੇ ਜਦੋਂ ਕਾਲੀਆਂ ਬੋਲੀਆਂ ਰਾਤਾਂ ਆਉਂਦੀਆਂ ਨੇ, ਬਿਲਕੁਲ ਘੁੱਪ ਹਨੇਰਾ ਹੁੰਦਾ ਹੈ, ਉਸ ਹਨੇਰੇ ਦੇ ਵਿੱਚ ਜਿਹੜੇ ਕਾਲੇ ਕੰਮ ਕਰਨ ਵਾਲੇ ਜਿਹੜੇ ਜੰਤ ਨੇ, ਲੋਕ ਨੇ ਜਿਹੜੇ ਉਬੇ, ਉਹ ਵੀ ਉੱਠ ਖਲਾਉਂਦੇ ਨੇ। ਚੋਰ ਯਾਰ ਜੁਆਰ ਆਦਿ ਜਿਹੜੇ ਨੇ, ਚੋਰ ਯਾਰ ਚੋਰੀਆਂ ਕਰਨ ਵਾਲੇ, ਵਿਭਚਾਰ ਭੋਗਣ ਵਾਲੇ ਜਿਹੜੇ ਲੋਕ ਨੇ,
ਉਹ ਵੀ ਜਿਹੜੇ ਨੇ ਐਕਟਿਵ ਹੋ ਜਾਂਦੇ ਨੇ। ਰਾਤੀ ਹੋਵਹਿ ਕਾਰੀਆ ਕਾਰੇ ਉਬੇ ਜੰਤ, ਉਹ ਵੀ ਜਿਹੜੇ ਕਾਲੇ ਕੰਮ ਕਰਨ ਵਾਲੇ ਨੇ ਉਹ ਵੀ ਉੱਠ ਖੜਾਉਂਦੇ ਹਨ। ਲੈ ਫਾਹੇ ਉਠ ਧਾਵਤੇ ਸੇ ਜਾਨ ਮਾਰੇ ਭਗਵੰਤ। ਲੈ ਫਾਹੇ ਉੱਠ ਧਾਵਤੇ, ਉਹ ਹੱਥਾਂ ਵਿੱਚ ਫਾਹੀਆਂ ਲੈ ਕਰਕੇ, ਰੱਸੀਆਂ ਲੈ ਕਰਕੇ ਲੋਕਾਂ ਨੂੰ ਮਾਰਨ ਵਾਸਤੇ, ਜਿਹੜੇ ਚੋਰ ਨੇ, ਇੱਕ ਤੇ ਅਗਲੇ ਦਾ ਧਨ ਚੁਰਾਉਣਾ, ਦੂਸਰਾ ਉਹਨਾਂ ਦੀ ਹੱਤਿਆ ਕਰਨੀ, ਇਹ ਲੈ ਕੇ ਧਾਵਦੇ ਨੇ, ਉੱਠ ਕੇ ਭੱਜਦੇ ਨੇ। ਸੇ ਜਾਨ ਮਾਰੇ ਭਗਵੰਤ, ਐਸਿਆਂ ਨੂੰ ਜਿਹੜੇ ਕਾਲੇ ਜੰਤ ਨੇ ਉਹਨਾਂ ਨੂੰ ਵਾਹਿਗੁਰੂ ਆਪ ਹੀ ਮਾਰ ਦਿੰਦੇ ਹਨ। ਸੋ ਇੱਥੋਂ ਤੱਕ ਕਥਾ ਵਿਚਾਰ ਕਰਦੇ ਹਾਂ। ਇੱਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ, ਗੁਰੂ ਮਹਾਰਾਜ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ ਜੀ। ਅਗਾਂਹ ਤੋਂ ਸਮੱਤ ਬਖਸ਼ਣੀ ਸ੍ਰੇਸ਼ਟ ਮਤ ਬੁੱਧ ਅਨੁਸਾਰ ਕਥਾ ਵਿਚਾਰ ਕਰ ਸਕੀਏ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਆਓ ਹੁਣ ਹਜੂਰੀ ਰਾਗੀ ਭਾਈ ਵਰਿੰਦਰ ਸਿੰਘ ਹੋਣੀ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਪਾਵਨ ਗੁਰਬਾਣੀ ਕੀਰਤਨ ਵਿੱਚ ਜੁੜ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਉਬੇ ਜੰਤ। ਲੈ ਫਾਹੇ ਉਠ ਧਾਵਤੇ ਸੇ ਜਾਨ ਮਾਰੇ ਭਗਵੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ